मैं तो नहीं सोचता इस गल नूं कि पार्टी दे विच कोई पैसे का बोलबाला है। कांग्रेस दीआं जो भी कारजकारी रही है उस तो पूरी तरह संतुष्ट है। कई विकास ਇਹੋ ਜਿਹੇ ਰਿਕਾਰਡ ਤੋੜ ਵੀ ਹੋਏ ਹੈ ਜਿਨ੍ਹਾਂ ਨੂੰ ਅਸੀਂ ਸੋਚ ਵੀ ਨਹੀਂ ਸਕਦੇ ਸੀ। ਜ਼ਿਆਦਾਤਰ ਪਿੰਡਾਂ ਦੀਆਂ ਸੜਕਾਂ ਦੀ ਵੀ ਹਾਲਤ ਖਸਤਾ ਹੁੰਦੀ ਆ, ਹੋਰ ਵੀ ਬਹੁਤ ਕੰਮ ਹੁੰਦੇ ਆ। ਟੋਟਲ ਸਾਡੇ ਹਲਕੇ ਦੇ ਵਿੱਚ ਕੋਈ ਸੜਕ ਇਹੋ ਜਿਹੀ ਨਹੀਂ ਰਹੂਗੀ ਜਿਹਦੀ ਰਿਪੇਅਰ ਨਾ ਹੋਈ ਹੋਵੇ। ਮੈਂ ਐਮਐਲਏ ਸਾਹਿਬ ਦੀ ਇੱਕ ਗੱਲ ਦਾ ਬਹੁਤ ਵੱਡਾ ऋणी ਹੈ ਕਿ ਜੋ ਕਿਸੇ ਨਾਲ ਕਮਿਟਮੈਂਟ ਕਰਦੇ ਹੈ ਉਸ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਹੈ। ਅੱਜ ਅਸੀਂ ਗੱਲ ਕਰਦੇ ਹਾਂ ਵਿਧਾਨ ਸਭਾ ਹਲਕਾ ਭੁੱਚੋ ਅਧੀਨ ਪੈਣ ਵਾਲੀ ਮਾਰਕੀਟ ਕਮੇਟੀ ਭੁੱਚੋ, ਜਿੱਥੇ ਟਕਸਾਲੀ ਕਾਂਗਰਸੀ ਨਾਰ ਸਿੰਘ ਭੁੱਚੋ ਚੇਅਰਮੈਨ ਬਣਾਏ ਹੋਏ ਨੇ। ਨਾਰ ਸਿੰਘ ਭੁੱਲਰ ਦਾ ਸਿਆਸੀ ਸਫ਼ਰ ਕਾਫੀ ਲੰਬਾ ਹੈ। ਗੱਲ ਕਰਦੇ ਹਾਂ ਕਿਹੋ ਜਿਹਾ ਕਾਂਗਰਸ ਦਾ ਹਾਲ ਹੈ ਅਤੇ ਕਿਹੋ ਜਿਹਾ ਹਲਕਾ ਭੁੱਚੋ ਦਾ ਹਾਲ ਹੈ। ਚੇਅਰਮੈਨ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਹੁਣ ਤੱਕ ਦੇ ਕਾਂਗਰਸੀ ਸਫ਼ਰ ਦਾ। ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਲੁਹਾਰ ਜੀ ਤੁਹਾਡਾ 7 TV 'ਤੇ ਜਿੰਨੇ ਵੀ ਤੁਹਾਡੇ ਦਰਸ਼ਕ ਹੈ ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਧੰਨਵਾਦ ਕਰਦਾ। ਜਿੱਥੋਂ ਤੱਕ ਕਾਂਗਰਸ ਦਾ ਨਾਲ ਮੇਰਾ ਸੰਬੰਧ ਹੈ, ਮੈਂ 1993 ਦੇ ਵਿੱਚ ਜਦੋਂ ਕਾਲਜ ਤੋਂ ਪੜ੍ਹਾਈ ਛੱਡ ਕੇ ਅਤੇ ਸਰਦਾਰ ਬਲਬੀਰ ਸਿੰਘ ਜੀ ਭਲੇਰੀਆ ਜਿਹੜੇ ਮੇਰੇ ਸਿਆਸੀ ਗੁਰੂ ਨੇ ਉਹਨਾਂ ਰਾਹੀਂ ਮੈਂ ਕਾਂਗਰਸ ਜੁਆਇਨ ਕਰੀ ਸੀ। ਮੇਰਾ ਤਕਰੀਬਨ 28-30 ਸਾਲ ਦਾ ਕਾਂਗਰਸ ਦੇ ਵਿੱਚ ਸਫ਼ਰ ਹੈ। ਮੈਂ ਕਾਂਗਰਸ ਦੀਆਂ ਜੋ ਵੀ ਕਾਰਜਕਾਰੀ ਰਹੀ ਹੈ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਅਤੇ ਕਿਉਂਕਿ ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਹੜੀ ਦੇ ਵਿੱਚ ਵਰਕਰ ਦੀ ਵੀ ਕਦਰ ਹੈ ਔਰ ਮੇਰੇ ਵਰਗਾ ਇੱਕ ਸਧਾਰਨ ਪਰਿਵਾਰ ਦੇ ਵਿੱਚ ਉੱਠ ਕੇ ਚੇਅਰਮੈਨੀ ਤੱਕ ਪਹੁੰਚਣਾ, ਮੈਂ ਕਹਿੰਦਾ ਇਹ ਕਾਂਗਰਸ ਪਾਰਟੀ ਕਰ ਸਕਦੀ ਹੈ। ਹੋਰ ਪਾਰਟੀਆਂ ਦੇ ਹਿੱਸੇ 'ਚ ਇਹ ਗੱਲ ਨਹੀਂ ਆਉਂਦੀ। ਜਿੱਥੋਂ ਤੱਕ ਸਾਡੇ ਹਲਕੇ ਦੇ ਵਿਕਾਸ ਦੀ ਗੱਲ ਹੈ, ਸਾਡੇ MLA ਸਰਦਾਰ ਪ੍ਰੀਤਮ ਸਿੰਘ ਕੋਟ ਭਾਈ ਜੀ ਨੇ, ਕਿਉਂਕਿ ਪਹਿਲੀ ਵਾਰ ਹੋਇਆ, ਬੇਸ਼ੱਕ ਇਸ ਤੋਂ ਪਹਿਲਾਂ ਵੀ 2 ਵਾਰੀ ਸਾਡੇ ਇੱਥੇ ਕਾਂਗਰਸ ਹੀ ਜਿੱਤੀ ਹੈ, ਭੱਟੀ ਸਾਹਿਬ ਜਿੱਤੇ, ਪਰ ਪਹਿਲੀ ਵਾਰ ਹੈ ਜਦੋਂ ਸਰਕਾਰ ਵੀ ਕਾਂਗਰਸ ਦੀ ਸੀ, MLA ਵੀ ਕਾਂਗਰਸ ਪਾਰਟੀ ਦਾ ਬਣਿਆ ਅਤੇ ਹਲਕੇ ਦੇ ਵਿੱਚ ਬਹੁਤ ਵਿਕਾਸ ਹੋਏ ਹੈ। ਕਈ ਵਿਕਾਸ ਇਹੋ ਜਿਹੇ ਰਿਕਾਰਡ ਤੋੜ ਵੀ ਹੋਏ ਹੈ ਜਿਨ੍ਹਾਂ ਨੂੰ ਅਸੀਂ ਸੋਚ ਵੀ ਨਹੀਂ ਸਕਦੇ ਸੀ, ਕਿਉਂਕਿ ਮੈਂ ਦੇਖਿਆ ਮਾਲਵੇ ਦੇ ਵਿੱਚੋਂ ਇੱਕੋ MLA ਹੋਊਗਾ ਜਿੰਨੀਆਂ ਸੜਕਾਂ ਸਾਡੇ ਹਲਕੇ ਦੇ ਵਿੱਚ ਬਣੀਆਂ ਨਵੀਆਂ, ਉਨੀਆਂ ਕਿਸੇ ਹਲਕੇ ਦੇ ਵਿੱਚ ਨਹੀਂ ਬਣੀਆਂ ਹੋਣੀਆਂ। ਕਹਿੰਦੇ ਵੀ ਪੈਸੇ ਤੋਂ ਬਿਨਾਂ ਰਾਜਨੀਤੀ 'ਚ ਕੋਈ ਪੁੱਛਦਾ ਹੀ ਨਹੀਂ ਕਿਸੇ ਨੂੰ। ਦੇਖੋ ਲੁਹਾਰ ਜੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਇਲਾਕੇ ਨੂੰ ਵੀ ਪਤਾ ਹੈ ਔਰ ਸਾਡੇ ਪਿੰਡ ਨੂੰ ਵੀ ਪਤਾ ਹੈ। ਹਰ ਇੱਕ ਬੰਦੇ ਬਾਰੇ ਮੈਂ ਆਪਣੀ ਗੱਲ ਸਪਸ਼ਟ ਕਰਦਾ, ਕਿਉਂਕਿ ਮੈਂ ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਰਾਜਨੀਤੀ 'ਚ ਆਇਆ ਅਤੇ ਮੇਰੇ ਕੋਲ ਪੈਸਾ ਦੇਣ ਨੂੰ ਵੀ ਨਹੀਂ ਸੀਗਾ ਅਤੇ ਔਰ ਕਿਸੇ ਤੋਂ ਲੈਣ ਵਾਸਤੇ ਵੀ ਨਹੀਂ। ਮੈਥੋਂ ਕੋਈ ਪੈਸਾ ਕਿਸੇ ਨੇ ਨਾ ਮੰਗਿਆ। ਮੈਂ ਦੀਆਂ ਚੰਗਿਆਈਆਂ ਲਾ ਲਓ, ਮੇਰੇ 'ਤੇ ਕੋਈ ਪਾਰਟੀ ਨੇ ਆਸ਼ੀਰਵਾਦ ਲਾ ਲਓ MLA ਸਾਹਿਬ ਦਾ, ਉਸ ਨੇ ਮੇਰੇ ਆਮ ਵਰਕਰ ਨੂੰ ਇਸ ਤੱਕ ਪਹੁੰਚਾਇਆ। ਮੈਂ ਤਾਂ ਨਹੀਂ ਸੋਚਦਾ ਇਹ ਗੱਲ ਨੂੰ ਕਿ ਪਾਰਟੀ ਦੇ ਵਿੱਚ ਕੋਈ ਪੈਸੇ ਦਾ ਬੋਲਬਾਲਾ ਹੈ ਜਾਂ ਇਕੱਲਾ ਪੈਸੇ ਵਾਲੀ ਅੱਗੇ ਆ ਸਕਦਾ। ਮੈਂ ਇਹ ਗੱਲ ਕਹਿੰਦਾ, ਕਾਂਗਰਸ ਪਾਰਟੀ ਦੇ ਵਿੱਚ ਜੇ ਚਰਨਜੀਤ ਚੰਨੀ ਅੱਗੇ ਆਏ ਹੈ, ਉਹ ਕਿਹੜਾ ਕੋਈ ਪੈਸੇ ਨਾਲ ਅੱਗੇ ਆਇਆ, ਕੰਮ ਕਰਨ ਨਾਲ ਬੰਦਾ ਪਾਰਟੀ ਦੇ ਵਿੱਚ ਜ਼ਰੂਰ ਅੱਗੇ ਆਉਂਦਾ ਜੀ। ਕਹਿੰਦੇ ਜਾਲੀ ਜਾਂ ਟਕਸਾਲੀ ਕਾਂਗਰਸ ਆਪਦੇ ਪੁਰਾਣੇ ਪਿਛੋਕੜ ਨੂੰ ਦੇਖਦੀ ਹੈ ਫਿਲਹਾਲ। ਦੇਖੋ ਜੀ, ਕਾਂਗਰਸ, ਮੈਂ ਤਾਂ ਇਹ ਕਹਿੰਦਾ ਵੀ ਕਾਂਗਰਸ ਸਾਰੇ ਟਕਸਾਲੀਆਂ ਨੂੰ ਦੇਖਦੀ ਹੈ। ਠੀਕ ਹੈ, ਪਾਰਟੀਆਂ ਦੇ ਵਿੱਚ ਕਈ ਨਵੇਂ ਚਿਹਰੇ ਵੀ ਆਉਂਦੇ ਆ, ਜ਼ਰੂਰਤ ਵੀ ਹੁੰਦੀ ਹੈ ਨਵੇਂ ਚਿਹਰਿਆਂ ਦੀ, ਪਰ ਜੇ ਕੋਈ ਜਾਲੀ ਕਾਂਗਰਸੀ ਬਣਿਆ ਫਿਰਦਾ ਹੋਊਗਾ ਆਪਦੇ ਆਪ 'ਚ, ਉਸ ਦੀ ਇੱਕ ਅੱਧੇ ਵਾਰੀ ਹੋ ਸਕਦਾ ਪਰ ਬਹੁਤੀ ਬੁੱਕਤ ਨਹੀਂ ਪੈਂਦੀ। ਕਾਂਗਰਸ ਦੇ ਵਿੱਚ ਟਕਸਾਲੀਆਂ ਦੀ ਬੁੱਕਤ ਪੈਂਦੀ ਹੈ। ਜਿੰਨੇ ਵੀ ਟਕਸਾਲੀ ਕਾਂਗਰਸੀ ਹੈ ਸਾਰੇ, ਉਹਨਾਂ ਨੂੰ ਕਦੇ ਨਾ ਕਿਤੇ ਪਾਰਟੀ ਐਡਜਸਟ ਜ਼ਰੂਰ ਕਰਦੀ ਹੈ। ਭੁੱਲਰ ਸਾਹਿਬ, ਮਾਰਕੀਟ ਕਮੇਟੀ ਦਾ ਕਾਫੀ ਵੱਡਾ ਫੰਡ ਹੁੰਦਾ ਮੰਡੀ ਬੋਰਡ ਦਾ, ਜਿਹੜਾ ਮਾਰਕੀਟ ਕਮੇਟੀਆਂ ਦੇ ਵਿੱਚ ਚਾਹੇ ਉਹ ਮਾਰਕੀਟ ਫੀਸ ਹੋਵੇ ਚਾਹੇ ਪੇਂਡੂ ਵਿਕਾਸ ਫੰਡ ਹੁੰਦੇ ਆ, ਅਤੇ ਜ਼ਿਆਦਾਤਰ ਪਿੰਡਾਂ ਦੀਆਂ ਸੜਕਾਂ ਦੀ ਵੀ ਹਾਲਤ ਖਸਤਾ ਹੁੰਦੀ ਆ, ਹੋਰ ਵੀ ਬਹੁਤ ਕੰਮ ਹੁੰਦੇ ਆ। ਕੋਈ ਤੁਹਾਡੇ ਚੇਅਰਮੈਨ ਬਣਨ ਤੋਂ ਬਾਅਦ ਅਜਿਹੇ ਕੋਈ ਕਾਰਜ ਜਿਹੜੇ ਗਿਣਾ ਸਕਦੇ ਹੋ ਜਿਨ੍ਹਾਂ ਨਾਲ ਹਲਕਾ ਭੁੱਚੋ ਜਾਂ ਤੁਹਾਡੇ ਅਧੀਨ ਆਉਂਦੇ ਮਾਰਕੀਟ ਕਮੇਟੀ ਦੇ ਖਰੀਦ ਕੇਂਦਰਾਂ ਦੀ ਹਾਲਤ ਸੁਧਰੀ ਹੋਵੇ? ਮੇਰੀ ਜਿਹੜੀ ਮਾਰਕੀਟ ਕਮੇਟੀ ਭੁੱਚੋ ਮੰਡੀ ਹੈ, ਇਹਦੇ ਵਿੱਚ ਜਿਹੜੇ ਸਾਡੇ ਛੋਟੀਆਂ ਮੰਡੀਆਂ ਨਾਲ ਉਹ 9 ਮੰਡੀਆਂ ਹੋਰ ਅਟੈਚ ਨੇ। ਉਹਨਾਂ 'ਚੋਂ ਅਸੀਂ 3-4 ਮੰਡੀਆਂ ਦੇ ਫੜ ਜਿਹੜੇ ਹੈਗੇ ਆ ਉਹ ਦੁਬਾਰੇ, ਜਿਸ ਤਰ੍ਹਾਂ ਝੰਡੂ ਕੇ ਤੁਸੀਂ ਦੇਖਿਆ ਹੋਊਗਾ ਜੀ, ਉਸ ਦਾ ਬਹੁਤ ਵਧੀਆ ਦਾਣਾ ਮੰਡੀ ਜਿਹੜੀ ਦੁਬਾਰੇ ਨਵੀਂ ਉੱਚੀ ਹੋ ਕੇ ਔਰ ਵਧੀਆ ਬਣੀ ਹੈ। ਇੱਕ ਦੌਲਤਪੁਰ ਹੈ, ਉੱਥੇ ਵੀ ਸਾਡਾ ਹੁਣ ਕੰਮ ਚੱਲ ਰਿਹਾ। ਭੁੱਚੋ ਮੰਡੀ ਸਾਡੀ ਬਾਹਰ ਜਿਹੜੀ ਨਵੀਂ ਮੰਡੀ ਬਣ ਰਹੀ ਹੈ, ਉਹਦਾ ਵੀ ਤਕਰੀਬਨ 90-95% ਕੰਮ ਹੈ ਜਿਹੜਾ ਉਹ ਅਸੀਂ ਮੁਕੰਮਲ ਕਰ ਲਿਆ। ਸਾਡੀ ਕੋਸ਼ਿਸ਼ ਹੈ ਜੇ MLA ਸਾਹਿਬ ਦੇ ਆਸ਼ੀਰਵਾਦ ਨਾਲ ਕਿ ਮੈਂ ਇਸ ਮਹੀਨੇ ਦੇ ਵਿੱਚ ਹੀ ਉਹਦਾ ਅਸੀਂ ਹੋ ਸਕਦਾ ਕਿਸੇ ਵੱਡੇ ਕਾਂਗਰਸੀ ਲੀਡਰ ਤੋਂ, CM ਸਾਹਿਬ ਤੋਂ ਸ਼ਾਇਦ ਉਦੋਂ ਘੱਟ ਕਰਾਈਏ
ਔਰ ਲਹਿਰਾ ਮੁਹੱਬਤ ਮੰਡੀ ਜਿਹੜੀ ਉਹ ਵੀ ਉਹਦਾ ਫੜ ਵੀ ਨਵਾਂ ਲੱਗਿਆ। ਸੜਕਾਂ ਦੀ ਜਿਹੜੀ ਤੁਹਾਨੂੰ ਗੱਲ ਦੱਸ ਰਹੇ ਹਾਂ, ਸੜਕਾਂ ਸਾਡੇ ਪਹਿਲਾਂ ਬਹੁਤ ਖਸਤਾ ਹਾਲਤ ਸੀਗੀ, ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਚੱਕ ਬਖਤੂ ਨੂੰ ਸੜਕ ਜਾਂਦੀ ਹੈ ਬਿਲਕੁਲ ਨਵੀਂ ਮੰਡੀ ਬੋਰਡ ਦੇ ਅਧੀਨ ਹੈ, ਉਹ ਬਣੀ ਹੈ। ਲਹਿਰੇ ਖਾਨੇ ਵਾਲੀ ਸੜਕ ਹੈ ਜਿਹੜੀ ਨਵੀਂ, ਉਹ ਵੀ ਮੰਡੀ ਬੋਰਡ ਦੇ ਅਧੀਨ ਬਣੀ ਹੈ। ਹੋਰ ਕਾਫੀ ਸੜਕਾਂ ਹੋਰ ਹੈ ਜਿਹੜੀਆਂ ਹੁਣ ਸਾਡੀਆਂ 1-2 ਮਹੀਨੇ 20 ਦਿਨ 'ਚ ਕੰਮ ਚੱਲਣਾ। ਟੋਟਲ ਸਾਡੇ ਹਲਕੇ ਦੇ ਵਿੱਚ ਕੋਈ ਸੜਕ ਇਹੋ ਨਹੀਂ ਰਹੂਗੀ ਜਿਹਦੀ ਰਿਪੇਅਰ ਨਾ ਹੋਈ ਹੋਵੇ, ਅਤੇ ਜਾਂ ਕੋਈ ਨਵੀਂ ਬਣਨ ਵਾਲੀ ਹੈ ਉਹ MLA ਸਾਹਿਬ ਬਣਾ ਰਹੇ ਆ। ਰਿਪੇਅਰ ਸਾਰੀਆਂ ਮੰਡੀ ਬੋਰਡ ਦੇ ਖਾਤੇ 'ਚੋਂ ਹੋ ਰਹੀਆਂ ਸਾਰੀਆਂ ਟੋਟਲ। ਕਿਸਾਨੀ ਨਾਲ ਜੁੜੀ ਵੀ ਹੁੰਦੀ ਹੈ ਮਾਰਕੀਟ ਕਮੇਟੀ। ਕਿਸਾਨਾਂ ਲਈ ਸੜਕਾਂ ਦੀ ਤਾਂ ਗੱਲ ਕਰ ਲਈ, ਖਰੀਦ ਕੇਂਦਰਾਂ ਦੀ ਵੀ ਗੱਲ ਕਰ ਲਈ, ਅਤੇ ਕਿਸਾਨੀ ਅੰਦੋਲਨ ਵੀ ਚੱਲਿਆ, ਸ਼ਾਇਦ ਉਹ ਆਖਰੀ ਪੜਾਅ ਦੇ ਉੱਤੇ ਪੁੱਜ ਚੁੱਕਿਆ ਹੈ, ਉੱਥੋਂ ਚੱਲ ਪੈਣ। ਕਿਸਾਨੀ ਦੇ ਵਿੱਚ ਕਾਂਗਰਸ ਦਾ ਰੋਲ, ਜਾਂ ਗੱਲ ਇਹ ਕਹਿ ਲਈਏ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਦਾ ਰੋਲ, ਜਾਂ ਤੁਹਾਡਾ ਕੀ ਯੋਗਦਾਨ ਰਿਹਾ? ਅਸੀਂ ਸਾਰੇ ਹੀ ਕਿਸਾਨੀ ਨਾਲ ਜੁੜੇ ਹੋਏ ਹਾਂ, ਔਰ ਪੰਜਾਬ ਜਿਹੜਾ ਹੈਗਾ ਇਹ ਸਾਰਾ ਚੋਂ 90% ਲੋਕ ਹੈ ਸਾਰੇ ਹੀ ਕਿਸਾਨੀ ਨਾਲ ਜੁੜੇ ਹੋਏ। ਕੋਈ ਕਿਸੇ ਕਿੱਤੇ 'ਚ ਹੈ ਉਹਦਾ ਸੰਬੰਧ ਕਿਸਾਨੀ ਨਾਲ ਹੀ ਹੈ। ਕਾਂਗਰਸ ਪਾਰਟੀ ਨੇ ਬੇਸ਼ੱਕ ਪਹਿਲਾਂ ਵਾਲੇ ਮੁੱਖ ਮੰਤਰੀ ਸੀ ਚਾਹੇ ਚੰਨੀ ਸਾਹਿਬ ਹੈ, ਪੂਰਾ ਹੀ ਸਮਰਥਨ ਕਰਿਆ ਇਸ ਸਾਰੇ ਅੰਦੋਲਨ ਦਾ, ਔਰ ਅਸੀਂ ਵੀ ਜਿੰਨਾ ਕੁ ਆਪਣਾ ਤਿਲ ਫੁਲ ਸੀ ਉਹ ਲਾਇਆ। MLA ਸਾਹਿਬ ਨੇ ਤੁਸੀਂ ਦੇਖਿਆ ਹੀ ਹੋਊਗਾ, ਲਵਾਸ ਜੀ ਤੁਸੀਂ ਵੀ ਹਲਕੇ 'ਚ ਵਿਚਰਦੇ ਹੋ, ਟਰੈਕਟਰ ਰੈਲੀ ਵੀ ਕੀਤੀ ਇੱਕ ਬਹੁਤ ਵੱਡੀ, ਅਤੇ ਸੰਘਰਸ਼ ਦੇ ਵਾਸਤੇ ਉੱਥੇ ਸਾਡੀ ਸੇਵਾ ਵੀ, ਸਾਨੂੰ ਡਿਊਟੀ ਵੀ ਲਾਈ ਵੀ ਉੱਥੇ ਕੋਈ ਜਿੱਦਾਂ ਪਿੰਡਾਂ ਦੇ ਵਿੱਚੋਂ ਕੋਈ ਦੁੱਧ ਪਾਣੀ ਦਾ ਜੋ ਵੀ ਹੈਗਾ ਕਿਸਾਨ ਮੰਗਦੇ ਆ ਉਹਨਾਂ ਦੀ ਪੂਰੀ ਹੈਲਪ ਕਰੀ। ਔਰ ਮਨ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਕਿਸਾਨਾਂ ਦੀ ਇੱਕ ਸੱਚੀ ਅਤੇ ਔਰ ਵਧੀਆ ਜਿੱਤ ਹੋਈ, ਜੋ ਕਿ ਮੋਦੀ ਸਰਕਾਰ ਦੇ ਵਿੱਚ ਬੜਾ ਵੱਡਾ ਇੱਕ ਉਹਦੇ ਘਮੰਡ ਸੀਗਾ, ਕਿਉਂਕਿ ਪਹਿਲਾਂ ਉਹਨਾਂ ਨੇ ਉੱਥੇ ਜੰਮੂ ਕਸ਼ਮੀਰ 'ਚ ਧੱਕਾ ਕਰਿਆ, ਹੋਰ ਵੀ 1-2 ਮੋਦੀ ਸਰਕਾਰ ਨੇ ਤਾਨਾਸ਼ਾਹੀ ਧੱਕੇ ਜੋ ਕਰੇ ਸੀਗੇ, ਉਹਨੂੰ ਕਿਸਾਨਾਂ ਨੇ ਉਹਦਾ ਇੱਕ ਮੂੰਹ ਮੋੜਿਆ। ਉਸ ਕਰਕੇ ਸਾਰੇ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਪਾਤਰ ਹੈ। ਇੱਕ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ, ਜਿਹੜੀ ਮਾਰਕੀਟ ਕਮੇਟੀ ਹੈ ਜੀ, ਇਹਦੇ ਵਿੱਚੋਂ ਅਸੀਂ ਪਰਮਾਤਮਾ ਨਾ ਕਰੇ ਕਿਸੇ ਕਿਸਾਨ ਦੀ ਖੇਤ ਕੰਮ ਕਰਦੀ, ਕਿਸੇ ਮਜ਼ਦੂਰ ਦੀ ਜਾਂ ਕੋਈ ਮੌਤ ਹੋ ਜਾਂਦੀ ਹੈ ਜਾਂ ਉਸਦਾ ਕੋਈ ਅੰਗ ਕੱਟਿਆ ਜਾਂਦਾ, ਉਹਦੀ ਮਾਰਕੀਟ ਕਮੇਟੀ ਕੋਲ ਸਾਡੇ ਕੋਲ ਫੰਡ ਹੁੰਦੇ ਆ। ਮੈਂ ਹੁਣ ਪਿੱਛੇ ਜਿਹੀ ਇੱਕ ਤੁੰਗ ਵਾਲੀ ਕੋਈ ਬਿਜਲੀ ਨਾਲ ਲੱਗ ਕੇ ਇੱਕ ਮਜ਼ਦੂਰ ਦੀ ਡੈਥ ਹੋ ਗਈ ਸੀ, ਉਹਨੂੰ 2 ਲੱਖ ਰੁਪਇਆ ਕਮੇਟੀ ਵੱਲੋਂ ਮਿਲਿਆ। ਕਿਸੇ ਦਾ ਅੰਗ ਕੱਟਿਆ ਜਾਵੇ, ਉਹ ਜੋ ਡਾਕਟਰ ਲਿਖਦਾ ਉਸ ਦੇ ਵਿੱਚੋਂ ਅਸੀਂ ਕਿਸੇ ਨੂੰ 20,000 ਜੋ ਅੰਗ ਦੇ ਹਿਸਾਬ ਨਾਲ ਪੈਮਾਨਾ ਦਿੰਦੇ ਹਾਂ। ਪਰੰਤੂ ਮੈਂ ਇੱਕ ਕਿਸਾਨ ਭਰਾਵਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦਾ ਕਿ ਪਰਮਾਤਮਾ ਕਰੇ ਕਿਸੇ ਨਾਲ ਹਾਦਸਾ ਨਾ ਵਾਪਰੇ। ਪਰੰਤੂ ਦੇਖੋ, ਜੋ ਰੋਡ 'ਤੇ ਚੱਲਦਾ ਜਾਂ ਖੇਤਾਂ 'ਚ ਕੰਮ ਕਰਦਾ ਕੋਈ ਨਾ ਕੋਈ ਹਾਦਸਾ ਹੋ ਜਾਂਦਾ, ਉਹਦੇ ਵਿੱਚ ਸਾਨੂੰ ਸਭ ਤੋਂ ਜ਼ਰੂਰੀ ਹੈ ਜਿਹੜਾ ਉਹ ਮੈਡੀਕਲ ਕਰਾਉਣਾ। ਜਦੋਂ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਉਹਦਾ ਮੈਡੀਕਲ ਕਰਾਉਣਾ, ਪੋਸਟਮਾਰਟਮ ਕਰਾਉਣਾ ਬਹੁਤ ਜ਼ਰੂਰੀ ਹੈ। ਉਹ ਪੋਸਟਮਾਰਟਮ ਜੋ ਨਹੀਂ ਕਰਾਉਂਦੇ ਉਹ ਫਿਰ ਸਾਡੇ ਕੋਲ ਇੱਥੇ ਆ ਕੇ ਸਿਫਾਰਸ਼ਾਂ ਵੀ ਕਰਦੇ ਆ ਵੀ ਜੀ ਬੰਦਾ ਖੇਤ ਹੀ ਮਰਿਆ ਸੀਗਾ, ਪਰੰਤੂ ਉਹਦਾ ਜਿਹੜਾ ਹੈਗਾ ਮੇਨ ਪਵਾਨਾ ਉਹ ਪੋਸਟਮਾਰਟਮ ਦਾ। ਮੈਂ ਸਾਰੇ ਕਿਸਾਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਪਰਮਾਤਮਾ ਨਾ ਕਰੇ ਕੋਈ ਹਾਦਸਾ ਵਾਪਰਦਾ ਤਾਂ ਉਹਦਾ ਪੋਸਟਮਾਰਟਮ ਕਰਾਉਣਾ ਜ਼ਰੂਰੀ ਹੈ। ਹਾਂਜੀ, ਮੇਰਾ ਆਖਰੀ ਸਵਾਲ ਹੈ, ਵਿਧਾਇਕ ਦੀ ਕਾਰਜਕਾਰੀ ਤੋਂ ਖੁਸ਼ ਹੋ? ਹਾਂਜੀ, ਮੈਂ ਤਾਂ ਇਕੱਲਾ ਮੈਂ ਹੀ ਨਹੀਂ, ਸਾਡਾ ਹਲਕਾ ਹੀ ਪੂਰਾ ਵਿਧਾਇਕ ਦੀ ਕਾਰਜਕਾਰੀ ਤੋਂ ਖੁਸ਼ ਹੈ। ਕਈ ਕੰਮ ਅਜਿਹੇ ਸੀਗੇ ਜਿਹੜੇ ਹਲਕੇ ਦੇ ਵਿੱਚ ਕਿਸੇ ਨੇ ਸੋਚੇ ਵੀ ਨਹੀਂ ਸੀ। ਹਰ ਪਿੰਡ 'ਚ ਸਕੂਲਾਂ ਦਾ ਕੰਮ, ਪਾਣੀ ਦੀ ਬੜੀ ਸਮੱਸਿਆ ਸੀ ਛੱਪੜਾਂ ਦੀ, ਉਹਦਾ ਕੰਮ। ਔਰ ਤੁਸੀਂ ਦੇਖਿਆ ਹੋਊਗਾ ਕਿ 1982-83 ਸ਼ਾਇਦ ਮੈਂ ਝੂਠ ਨਾ ਮਾਰਾਂ ਤਾਂ ਇੱਕ ਤੁੰਗ ਵਾਲੀ ਤੋਂ ਆਪਣੀ ਕੋਟ ਸ਼ਮੀਰ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਬਾਦਲ ਸਾਹਿਬ ਵੀ ਉੱਥੇ ਤੁੰਗ ਵਾਲੀ ਬਹੁਤ ਵਾਰੀ ਕਹਿ ਕੇ ਗਏ, ਉਹ ਕਿਸੇ ਨੇ ਨਹੀਂ ਬਣਾਈ ਸੀ ਸੜਕ। ਉਹ ਸਾਡੇ MLA ਸਾਹਿਬ ਨੇ ਜੋ ਵਾਅਦਾ ਕਰਿਆ ਉਸ ਨੂੰ ਬਹੁਤ ਜਲਦੀ ਨੇਪਰੇ ਚੜ੍ਹਾਇਆ। ਮੈਂ MLA ਸਾਹਿਬ ਦੀ ਇੱਕ ਗੱਲ ਦਾ ਬਹੁਤ ਵੱਡਾ ਰਿਣੀ ਹੈ ਕਿ ਜੋ ਕਿਸੇ ਨਾਲ ਕਮਿਟਮੈਂਟ ਕਰਦੇ ਹੈ ਉਸ 'ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਹੈ। ਕੋਈ ਝੂਠ ਦੀ ਰਾਜਨੀਤੀ ਜਾਂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਉਂਦੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਕਦੇ ਕਿਸੇ 'ਤੇ ਅਜਿਹਾ ਪਰਚਾ ਜਾਂ ਕੋਈ ਰਾਜਨੀਤੀ 'ਚ ਪਰਚਾ ਕਰਾਉਣ ਦੀ ਰਾਜਨੀਤੀ ਨਹੀਂ ਸੋਚੀ, ਨਾ ਹੀ ਕਿਸੇ ਨੇ ਮੈਨੂੰ ਸਾਡੇ ਪਿੰਡ ਦੇ ਵਿੱਚੋਂ ਕੋਈ ਮੇਰੇ 'ਤੇ ਕੋਈ ਪਰਚਾ ਕਰਾਇਆ ਮੈਂ ਝੂਠ ਮਾਰਾਂ ਵੀ ਮੈਨੂੰ ਕਿਸੇ ਨੇ ਫੜਾਤਾ ਸੀ ਜਾਂ ਹੋਰ ਮੇਰੇ ਕੋਈ ਪਰਚੇ ਕਰਾਤੇ। ਔਰ MLA ਸਾਹਿਬ ਨੇ ਵੀ, ਮੈਂ ਦੇਖਿਆ, ਮੈਂ ਖੁਦ ਵੀ ਦੇਖਿਆ, 4-5 ਸਾਡੇ ਹਲਕੇ ਦੇ ਵਿੱਚ ਇੱਕ ਕਲਿਆਣੀ ਕਤਲ ਹੋ ਗਿਆ ਸੀ, 1-2 ਹੋਰ ਕਤਲ ਹੋਏ, ਉਹਨਾਂ ਦੀ ਵੀ ਰਾਜੀਨਾਮੇ ਭੋਗ ਤੋਂ ਪਹਿਲਾਂ ਕਰਾਏ। ਉਹਨਾਂ ਦੀ ਇੱਕ ਦਿਆਨਦਾਰੀ ਔਰ ਸ਼ਰੀਫੀ ਦਾ ਜਿਹੜਾ ਹੈਗਾ ਉਹ ਲੋਕਾਂ ਨੇ ਮੁੱਲ ਪਾਇਆ। ਹੋ ਸਕਦਾ ਪਰਮਾਤਮਾ ਮਿਹਰ ਕਰੂਗਾ ਉਹ ਟਰੈਕਟਰ ਲੈ ਕੇ ਆਉਣ ਅਤੇ ਲੋਕ ਅੱਗੇ ਨੂੰ ਵੀ ਉਹਨਾਂ ਦੀ ਕੰਮ ਦੇ ਮੁੱਲ। ਹਾਂ, ਮੈਂ ਇਹ ਮੇਰਾ ਸਵਾਲ ਸੀ ਵੀ ਸਵਾਲਾਂ 'ਚੋਂ ਸਵਾਲ ਵੀ ਲੱਗਦਾ ਦਾ ਵੀ ਫਿਰ ਪ੍ਰੀਤਮ ਕੋਟ ਭਾਈ ਦਾ ਲੱਗੂਗਾ ਇਸ ਵਾਰ। ਦੇਖੋ, ਪਾਰਟੀ ਹਾਈ ਕਮਾਂਡ ਦੇ ਇਹ ਤਾਂ ਹੈ ਹੱਥ 'ਚ, ਪਰ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਲੋਕਾਂ ਨੂੰ ਕੰਮ ਚਾਹੀਦੇ ਹੈ ਔਰ ਲੋਕਾਂ ਨੂੰ ਭਾਈਚਾਰਾ ਚਾਹੀਦਾ। ਉਹ ਦੋਨੇ ਗੱਲਾਂ 'ਤੇ MLA ਸਾਹਿਬ ਖਰੇ ਉਤਰੇ ਹੈ। ਭਾਈਚਾਰਕ ਵੀ ਸਾਡੇ ਹਲਕੇ ਦੇ ਵਿੱਚ ਪੂਰੀ ਕਾਇਮ ਰੱਖੀ ਹੈ ਔਰ ਵਿਕਾਸ ਪੱਖੋਂ ਵੀ ਹਲਕੇ ਨੂੰ ਕਾਫੀ ਅੱਗੇ ਲੈ ਕੇ ਗਏ। ਇਹ ਸਨ ਨਾਰ ਸਿੰਘ ਭੁੱਚੋ, ਚੇਅਰਮੈਨ ਮਾਰਕੀਟ ਕਮੇਟੀ ਭੁੱਚੋ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ
ਇਹ ਗੱਲਾਂ ਦੱਸੀਆਂ ਵੀ ਜਿਹੜਾ ਹਲਕੇ ਦੇ ਵਿੱਚ ਵਿਕਾਸ ਵੀ ਬਹੁਤ ਹੋਇਆ ਤੇ ਮਾਰਕੀਟ ਕਮੇਟੀ ਦੇ ਅਧੀਨ ਜਿਹੜੇ ਖਰੀਦ ਕੇਂਦਰਾਂ ਪੈਂਦੇ ਸੀਗੇ ਉਹਨਾਂ ਖਰੀਦ ਕੇਂਦਰਾਂ ਦੀ ਕਾਇਆਕਲਪ ਵੀ ਕੀਤੀ। ਮਾਰਕੀਟ ਕਮੇਟੀ ਭੁੱਚੋ ਦਾ ਨਵਾਂ ਖਰੀਦ ਕੇਂਦਰ ਜਿਹੜਾ ਮੁੱਖ ਯਾਰਡ ਹੁੰਦਾ ਉਹ ਵੀ ਬਣਿਆ, ਜਿਹਦੇ ਉੱਤੇ ਕਰੋੜਾਂ ਰੁਪਏ ਦੀ ਲਾਗਤ ਹੋਈ ਹੈ ਤੇ ਜਿਹਦਾ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੱਡੇ ਮੰਤਰੀ ਤੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਉਹਦਾ ਰਸਮੀ ਉਦਘਾਟਨ ਕਰਵਾਇਆ ਜਾਊਗਾ। ਮੈਂ ਲੁਭਾਸ ਸਿੰਘਲਾ ਦੇ ਨਾਲ ਗੁਰਪ੍ਰੀਤ ਸਿੰਘ, ਚੈਨਲ 7 ਡੇ ਨਿਊਜ਼, ਬਠਿੰਡਾ। ਮਸ਼ਹੂਰ।